ਬੱਚੇ ਜਾਇਦਾਦ ਦੇ ਪਿੱਛੇ ਆਪਣੇ ਮਾਂ-ਬਾਪ ਨੂੰ ਘਰੋਂ ਕੱਢ ਦਿੰਦੇ ਆ। ਜਦੋਂ ਅਸੀਂ ਪੂਰੀ ਵੈਰੀਫਿਕੇਸ਼ਨ ਕੀਤੀ ਹੈ ਤਾਂ ਮੈਨੂੰ ਪਤਾ ਲੱਗਾ ਸੀਗਾ ਕਿ ਮਾਤਾ ਦਾ ਅੱਗੇ ਪਿੱਛੇ ਕੋਈ ਨਹੀਂ ਹੈਗਾ। इस दुनिया दे विच बहुत ज़रूरतमंद लोग है। परमात्मा ने सानू एक दात बख्शी है, चंगा कार बख्शिया, हथ पैर बख्शे है, सब कुछ बख्शिया, तो क्यों ना असीं उन्हां लोकां दा एक सहारा बणीए कि जिहड़े वाकई असहाय है, चाहे जिन्हां नूं साडे सहारे की जरूरत है। ਤੇ ਇੱਕ ਲੜਕਾ ਸੀਗਾ, ਉਹਦੇ ਕੋਈ ਅੱਗੇ ਪਿੱਛੇ ਨਹੀਂ ਸੀਗਾ, ਉਹਦੀਆਂ ਇਹ ਵਾਲੇ ਚੂਲੇ ਦੋਨੋਂ ਟੁੱਟੇ ਹੋਏ ਸੀਗੇ। ਕਿਸੇ ਵੀ ਟਾਈਪ ਦੀ ਮਦਦ ਹੈਗੀ ਹੈ, ਜਿਵੇਂ ਕਿਸੇ ਗਰੀਬ ਪਰਿਵਾਰ ਦੀ ਲੜਕੀ ਦੀ ਮੈਰਿਜ ਹੈ, ਅਸੀਂ ਮੈਰਿਜ ਵੀ ਕਰਵਾਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਚੰਨਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ KRT ਨਿਊਜ਼। ਅੱਜ ਯੋਗਦਾਨ ਇੱਕ ਮੁਹਿੰਮ ਨੂੰ ਲੈ ਕੇ ਮੈਂ ਤੁਹਾਨੂੰ ਫਿਰ ਤੋਂ ਇੱਕ ਐਸੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੀ ਹਾਂ ਜਿਹੜੇ ਕਿ ਛੋਟੀ ਜਿਹੀ ਉਮਰ ਤੋਂ ਹੀ ਉਹਨਾਂ ਨੇ ਆਪਣੀ ਜੀਵਨ ਜਿਹੜਾ ਹੈ ਉਹ ਲੋਕਾਂ ਦੀ ਸੇਵਾ ਵਿੱਚ ਜਿਹੜਾ ਹੈ ਬਿਜ਼ੀ ਕਰ ਲਿਆ ਆ। ਆਪਣੀ ਜਿਹੜੀ ਛੋਟੀ ਜਿਹੀ ਉਮਰ ਵਿੱਚ ਹੀ ਉਹਨਾਂ ਨੇ ਆਪਣੇ ਆਪ ਨੂੰ ਇਸ ਲੋਕ ਭਲਾਈ ਦੇ ਕੰਮ ਵਿੱਚ ਜੋੜ ਲਿਆ ਹੈ। ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਰੋਸ਼ੀ ਜੀ ਨਾਲ, ਜਿਨ੍ਹਾਂ ਨੇ ਆਪਣੀ ਉਮਰ ਨੂੰ ਨਾ ਵੇਖਦੇ ਹੋਏ ਲੋਕਾਂ ਦੀ ਹੈਲਪ ਕਰਨ ਵਾਸਤੇ ਆਪਣੇ ਆਪ ਨੂੰ ਅੱਗੇ ਕੀਤਾ ਹੈ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਸਰ KRT ਨਿਊਜ਼ ਤੇ। ਬਹੁਤ ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਲੋਕ ਭਲਾਈ ਦੇ ਕੰਮ ਵਿੱਚ ਪਾਰਟ ਲੈਂਦੇ ਹੋਏ? ਦੇਖੋ ਜੀ, ਮੈਨੂੰ ਘੱਟੋ ਘੱਟ ਤਕਰੀਬਨ 3 ਸਾਲ ਹੋ ਗਿਆ ਇਸ ਮੁਹਿੰਮ ਦੇ ਵਿੱਚ ਜੁੜਿਆਂ ਨੂੰ। ਬਟ ਜਦੋਂ ਸੈਕਿੰਡਲੀ ਕੁਛ ਕਹਿੰਦੇ ਨੇ ਕਿ ਤੁਹਾਡੀ ਲਾਈਫ ਦੇ ਵਿੱਚ ਕੁਛ ਇੱਦਾਂ ਦੇ ਇਨਸੀਡੈਂਟਸ ਹੁੰਦੇ ਆ ਕਿ ਜਿਹੜਾ ਇੱਕ ਤੁਹਾਡਾ ਰਸਤਾ ਚੇਂਜ ਕਰਦੇ ਆ, ਜਾਂ ਖੁਦ ਬ ਖੁਦ ਤੁਹਾਨੂੰ ਉਸ ਚੀਜ਼ ਨੂੰ ਦੇਖਦੇ ਹੋਏ ਤੁਹਾਨੂੰ ਇੱਕ ਰਸਤਾ ਚੇਂਜ ਖੁਦ ਬ ਖੁਦ ਕਰਨਾ ਪੈਂਦਾ। ਕੁਛ ਮੇਰੀ ਲਾਈਫ ਦੇ ਵਿੱਚ ਵੀ ਕੁਛ ਇੱਦਾਂ ਦੇ ਇਨਸੀਡੈਂਟਸ ਹੋਏ ਕਿ ਮੈਨੂੰ ਫਿਰ ਖੁੱਲ੍ਹ ਕੇ ਇੱਕਦਮ ਬਾਹਰ ਨੂੰ ਆਉਣਾ ਪਿਆ। ਲੋਕਾਂ ਓਪਨਲੀ ਸੋਸ਼ਲ ਨੈਟਵਰਕਿੰਗ ਦੇ ਮਾਧਿਅਮ ਨਾਲ ਲੋਕਾਂ ਦੇ ਅੱਗੇ ਅਪੀਲ ਵੀ ਕਰਨਾ ਪਈ ਕਿ ਸਾਨੂੰ ਸਾਰਿਆਂ ਨੂੰ ਕਿਸੇ ਉਹਨਾਂ ਜ਼ਰੂਰਤਮੰਦ ਲੋਕਾਂ ਲਈ ਅੱਗੇ ਆਉਣਾ ਚਾਹੀਦਾ ਜਿਹੜੇ ਕਿ ਸਾਡੇ ਇੱਕ ਸਹਾਰੇ ਦੀ ਪਾਲਣਾ ਕਰਦੇ ਹੈ, ਚਾਹੇ ਜਿਹੜਾ ਸਾਡੇ ਸਹਾਰੇ ਨੂੰ ਉਹਨਾਂ ਦੀ ਮਤਲਬ ਸਾਡੇ ਸਹਾਰੇ ਦੀ ਜਿਹਨਾਂ ਨੂੰ ਜ਼ਰੂਰਤ ਹੈ। ਇਸ ਕਰਕੇ ਕੁਛ ਕਰਕੇ ਮੈਨੂੰ ਇਸ ਟਾਈਪ ਦੇ ਨਾਲ ਮੈਨੂੰ ਓਪਨਲੀ ਆਉਣਾ ਪਿਆ। ਮੈਂ ਇਹ ਜਾਣਨਾ ਚਾਹਾਂਗੀ ਕਿਉਂਕਿ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਆਈਡੀਅਲ ਜ਼ਰੂਰ ਹੁੰਦਾ ਜਿਹਨੂੰ ਵੇਖ ਕੇ ਆਪਾਂ ਕੋਈ ਕੰਮ ਕਰੀਦਾ, ਅਤੇ ਤੁਹਾਡਾ ਕੌਣ ਆਈਡੀਅਲ ਸੀਗਾ ਜਿਹਨੂੰ ਵੇਖ ਕੇ ਤੁਹਾਨੂੰ ਇਹ ਲੱਗਿਆ ਕਿ ਮੈਨੂੰ ਇਸ ਕੰਮ ਵਿੱਚ ਆਉਣਾ ਚਾਹੀਦਾ? ਜੀ ਕੁਛ ਮੇਰੇ ਫੈਮਿਲੀ ਪਰਸਨ ਸੀਗੇ ਜਿਹੜੇ ਇੱਕ ਸੋਸ਼ਲ ਲਾਈਫ ਦੇ ਨਾਲ ਜੁੜੇ ਹੋਏ ਸੀਗੇ ਕਾਫੀ ਟਾਈਮ ਤੋਂ। ਸੈਕਿੰਡਲੀ ਰੀਸੈਂਟਲੀ ਪਿਛਲੇ ਈਅਰ ਮੇਰੀ ਮਦਰ ਦੀ ਡੈਥ ਹੋ ਗਈ ਸੀਗੀ, ਕਿ ਜੋ ਇੱਕ ਮੇਰੇ ਲਈ ਬਹੁਤ ਵੱਡਾ ਧੱਕਾ ਸੀਗਾ ਮੇਰੀ ਲਾਈਫ ਦੇ ਵਿੱਚ। ਉਸ ਚੀਜ਼ ਨੂੰ ਸੰਭਾਲਣਾ ਮੈਨੂੰ ਔਰ ਮੇਰੀ ਫੈਮਿਲੀ ਨੂੰ ਸੰਭਾਲਣਾ ਇੱਕ ਬਹੁਤ ਜ਼ਿਆਦਾ ਔਖਾ ਸੀਗਾ। ਉਸ ਚੀਜ਼ ਨੂੰ ਦੇਖਦੇ ਹੋਇਆਂ ਜਦੋਂ ਮੈਂ ਐਕਚੁਅਲ 'ਚ ਹੋਸਪਿਟਲਾਈਜੇਸ਼ਨ ਦੀ ਲਾਈਫ ਦੇ ਵਿੱਚ ਇੱਕ ਰਿਹਾ 6 ਮਹੀਨੇ 7 ਮਹੀਨੇ ਸਾਲ, ਤਾਂ ਮੈਨੂੰ ਐਕਚੁਅਲ 'ਚ ਲੱਗਾ ਕਿ ਇਸ ਦੁਨੀਆ ਦੇ ਵਿੱਚ ਬਹੁਤ ਜ਼ਰੂਰਤਮੰਦ ਲੋਕ ਹੈ। ਪਰਮਾਤਮਾ ਨੇ ਸਾਨੂੰ ਇੱਕ ਦਾਤ ਬਖਸ਼ੀ ਹੈ, ਚੰਗਾ ਕਾਰ ਬਖਸ਼ਿਆ, ਹੱਥ ਪੈਰ ਬਖਸ਼ੇ ਹੈ, ਸਭ ਕੁਛ ਬਖਸ਼ਿਆ, ਤਾਂ ਕਿਉਂ ਨਾ ਅਸੀਂ ਉਹਨਾਂ ਲੋਕਾਂ ਦਾ ਇੱਕ ਸਹਾਰਾ ਬਣੀਏ ਕਿ ਜਿਹੜੇ ਵਾਕਈ ਅਸਹਾਏ ਹੈ, ਚਾਹੇ ਜਿਨ੍ਹਾਂ ਨੂੰ ਸਾਡੇ ਸਹਾਰੇ ਦੀ ਜ਼ਰੂਰਤ ਹੈ ਜੀ। ਇਹ ਤਾਂ ਹੁੰਦਾ ਨਹੀਂ ਕਿ ਆਪਾਂ ਕਦੀ ਵੀ ਕੋਈ ਸਟੈਪ ਚੁੱਕੀਏ ਅਤੇ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ, ਅਤੇ ਮੈਂ ਇਹੀ ਜਾਣਨਾ ਚਾਹੁੰਦੀ ਹਾਂ ਕਿ ਤੁਹਾਨੂੰ ਕਿਹੜੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ? ਦੇਖੋ ਜੀ, ਇਹ ਤਾਂ ਮੇਰੇ ਨਾਲ ਜ਼ਿਆਦਾ ਬੈਟਰ ਤੁਹਾਨੂੰ ਪਤਾ ਹੋਏਗਾ ਕਿਉਂਕਿ ਤੁਸੀਂ ਇੱਕ ਨਿਊਜ਼ ਚੈਨਲ ਨੂੰ ਕਵਰੇਜ ਕਰ ਰਹੇ ਹੋ, ਜ਼ਿਆਦਾ ਐਕਟਿਵ ਰਹਿੰਦੇ ਹੋ ਲੋਕਾਂ ਦੇ ਵਿੱਚ।
ਕੁਝ ਟਾਈਮ ਤੋਂ ਪੰਜਾਬ ਦੇ ਵਿੱਚ ਇੱਕ ਮੁਹਿੰਮ ਬਹੁਤ ਜ਼ਿਆਦਾ ਛਿੜੀ ਹੋਈ ਹੈ ਜੀ ਕਿ ਸਮਾਜ ਸੇਵੀ ਲੋਕੀ ਗਲਤ ਹੁੰਦੇ ਆ ਜੀ, ਕਿ ਹਰ ਸਮਾਜ ਸੇਵੀ ਗਲਤ ਹੈ ਜੀ, ਕਿ ਉਹ ਪੈਸੇ ਖਾ ਰਹੇ ਹੈ ਚਾਹੇ ਕਿਵੇਂ ਕਰ ਰਹੇ ਹੈ। ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਜੀ ਕਿ ਹਰ ਬੰਦੇ ਦਾ ਇੱਕ ਕਰਮ ਹੈ ਜੀ, ਹਰ ਇਨਸਾਨ ਇੱਕ ਕਰਮ ਕਰ ਰਿਹਾ। ਸੂਰਜ ਚੜ੍ਹ ਰਿਹਾ ਜੀ, ਸੂਰਜ ਆਪਣੀ ਰੋਸ਼ਨੀ ਦੇ ਰਿਹਾ, ਗ੍ਰਹਿਾਂ ਦਾ ਸਾਹਮਣਾ ਤਾਂ ਉਹਨਾਂ ਨੂੰ ਵੀ ਕਰਨਾ ਪੈਂਦਾ। ਆ ਤਾਂ ਦੁਨੀਆ ਜੀ, ਤੁਸੀਂ ਚੰਗਾ ਕਰੋਗੇ ਤਾਂ ਤੁਹਾਡੇ ਤੇ ਇਲਜ਼ਾਮ ਜ਼ਰੂਰ ਲੱਗਣਗੇ, ਬਟ ਰੀਜ਼ਨ ਕੀ ਹੈ ਕਿ ਤੁਸੀਂ ਆਪਣੇ ਆਪ ਨੂੰ ਜ਼ਰੂਰ ਕਲੈਰੀਫਾਈ ਕਰੋ। ਹੁਣ ਮੈਂ ਜਾਂ ਮੇਰੇ ਤੇ ਕੋਈ ਇਲਜ਼ਾਮ ਲੱਗੂਗਾ, ਮੈਂ ਆਪਣੇ ਆਪ ਨੂੰ ਜ਼ਰੂਰ ਕਲੈਰੀਫਾਈ ਕਰਾਂਗਾ ਕਿ ਮੈਂ ਗਲਤ ਹਾਂ ਕਿ ਮੈਂ ਸਹੀ ਹਾਂ। ਕਿ ਸੈਕੰਡਲੀ ਸਾਡੀ ਪ੍ਰਾਇੋਰਟੀ ਬੇਸਿਕਸ, ਜਿਹੜੀ ਮੇਰੀ ਪ੍ਰਾਇੋਰਟੀ ਹੁੰਦੀ ਹੈ ਸੋਸ਼ਲ ਲਾਈਨ ਦੇ ਵਿੱਚ, ਜਿਹੜੀਆਂ ਜਦੋਂ ਮੈਂ ਅੱਜ ਤੋਂ 3 ਸਾਲ ਪਹਿਲਾਂ ਇਸ ਚੀਜ਼ ਨਾਲ ਜੁੜਿਆ ਸੀਗਾ, ਮੈਂ ਕੋਈ ਵੀਡੀਓ ਨਹੀਂ ਪਾਉਂਦਾ ਸੀਗਾ। ਜੋ ਵੀ ਆਪਣੇ ਕੋਲੋਂ ਮੋਰਲ ਹੈਲਪ ਹੁੰਦੀ ਸੀਗੀ, ਅਸੀਂ ਫਰੈਂਡ ਸਰਕਲ ਦੇ ਵਿੱਚ ਜਾਂ ਜੋ ਵੀ ਮੇਰੇ ਨਾਲ ਮੇਰੀ ਟੀਮ ਜੁੜੀ ਹੋਈ ਸੀਗੀ, ਅਸੀਂ ਨੋਰਮਲੀ ਕੰਮ ਕਰਦੇ ਸੀਗੇ। ਬਟ ਜਦੋਂ ਐਕਚੁਅਲ 'ਚ ਪੇਸ਼ੈਂਟ ਦੀ ਤਾਦਾਦ ਥੋੜ੍ਹੀ ਜ਼ਿਆਦਾ ਹੋ ਗਈ ਸਾਡੇ ਕੋਲੇ, ਫਿਰ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਹੁਣ ਰੀਸੈਂਟਲੀ ਮੈਂ ਤੁਹਾਨੂੰ ਇੱਕ ਮੁੱਦਾ ਦੱਸਦਾ, ਲੇਟੈਸਟ ਸਾਡੇ ਕੋਲ ਜਿਹੜਾ ਕੇਸ ਆਇਆ ਸੀਗਾ। ਕੇਸ ਕਾਫੀ ਸਾਡੇ ਕੋਲ ਇੱਕ ਬਹੁਤ ਹੋਇਆ ਸੀਗਾ, ਸ਼ਾਇਦ ਤੁਸੀਂ ਸੋਸ਼ਲ ਨੈਟਵਰਕਿੰਗ 'ਤੇ ਵੀ ਦੇਖਿਆ ਹੋਏਗਾ, ਇੱਕ ਕੇਸ ਸੀਗਾ ਜਿਹਦੇ ਲੜਕੇ ਦੇ ਮੂੰਹ ਦੇ ਵਿੱਚ ਕੀੜੇ ਪਏ ਹੋਏ ਸੀਗੇ। ਉਹਦਾ ਕੈਂਸਰ ਦਾ ਟ੍ਰੀਟਮੈਂਟ ਬਹੁਤ ਜ਼ਿਆਦਾ ਕੋਸਟਲੀ ਸੀਗਾ। ਤਾਂ ਜਦੋਂ ਮੇਰੀ ਮਦਰ ਹੋਏ ਐਕਸਪਾਇਰ, ਮੇਰੀ ਮਦਰ ਨੂੰ ਵੀ ਕੈਂਸਰ ਸੀਗਾ ਜੀ। ਮੈਨੂੰ ਉਸ ਚੀਜ਼ ਕੇ ਉੱਭਰ ਕੇ ਬਾਹਰ ਇਸ ਕਰਕੇ ਆਉਣਾ ਪਿਆ ਕਿ ਇੱਕ ਅਸੀਂ ਨੋਰਮਲੀ ਅਸੀਂ ਮੈਡੀਕਲ ਲਾਈਨ ਦੀ ਫੈਸਿਲਿਟੀਜ਼ ਦੇ ਵਿੱਚ ਜਾਂਦੇ ਹਾਂ ਤਾਂ ਬਹੁਤ ਕੋਸਟਲੀ ਟ੍ਰੀਟਮੈਂਟ ਹੈ। ਪਹਿਲੀ ਗੱਲ ਤਾਂ ਸਾਡੇ ਏਰੀਏ ਦੇ ਵਿੱਚ ਕੈਂਸਰ ਦਾ ਕੋਈ ਟ੍ਰੀਟਮੈਂਟ ਨਹੀਂ ਹੈਗਾ, ਅਗਰ ਹੈ ਵੀ ਹੈ ਤਾਂ ਬਾਹਰ ਚੰਡੀਗੜ੍ਹ ਹੈ, ਲੁਧਿਆਣੇ, ਅੰਮ੍ਰਿਤਸਰ ਹੈਗਾ, ਔਰ ਉਹ ਟ੍ਰੀਟਮੈਂਟ ਬਹੁਤ ਜ਼ਿਆਦਾ ਕੋਸਟਲੀ ਹੈ। ਕਈ ਇੱਦਾਂ ਦੇ ਲੋਕ ਹੈ ਕਿ ਜਿਹੜੇ ਬਿਮਾਰੀ ਦੇ ਕਾਰਨ ਘਰ ਕੁੱਟ ਕੇ ਮਰ ਜਾਂਦੇ। ਰੀਜ਼ਨ ਕੀ ਹੈ ਕਿ ਉਹਨਾਂ ਕੋਲ ਪੈਸਾ ਨਹੀਂ ਹੈ, ਉਹਨਾਂ ਕੋਲ ਕਿਸੇ ਦੀ ਮੋਰਲ ਸਪੋਰਟ ਨਹੀਂ ਹੈਗੀ, ਨਾ ਤਾਂ ਉਹਨਾਂ ਨੂੰ ਗਾਈਡਨੈਸ ਹੈਗੀ। ਸੈਕੰਡਲੀ ਫਿਰ ਮੈਨੂੰ ਇਸ ਕਰਕੇ ਤਾਂ ਜਦੋਂ ਮੈਨੂੰ ਦੇਖਿਆ ਕਿ ਠੀਕ ਹੈ ਸਾਨੂੰ ਅੱਗੇ ਆਉਣਾ ਚਾਹੀਦਾ, ਉਹ ਚੀਜ਼ਾਂ ਨੇ ਬੇਸਿਕਸ ਮੈਨੂੰ ਅੱਗੇ ਲੈ ਕੇ ਆਈਆਂ ਜੀ। ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਪੋਸਟ ਹੋਰ ਵੇਖੀ ਸੀ ਜਿਹਦੇ ਵਿੱਚ ਸੀਗਾ ਕਿ ਇੱਕ ਮਾਤਾ ਜਿਹੜੀ ਹੈ ਉਹ ਅਕੇਲੀ ਸੀਗੀ ਹਸਪੀਟਲ ਵਿੱਚ। ਕਿ ਮਹਿਸੂਸ ਤੁਹਾਨੂੰ ਹੁੰਦਾ ਹੋਏਗਾ ਕਿ ਜਦੋਂ ਇੱਕ ਮਾਂ ਪਿਓ ਜਿਹੜੇ ਸਾਰੀ ਜ਼ਿੰਦਗੀ ਪਾਲਦੇ ਨੇ ਬੱਚਿਆਂ ਨੂੰ, ਔਰ ਉਸੀ ਮਾਂ ਨੂੰ ਜਾਂ ਉਸੀ ਪਿਓ ਨੂੰ ਪੁੱਤ ਜਾਂ ਧੀਆਂ ਛੱਡ ਦਿੰਦੇ ਨੇ, ਤਾਂ ਉਸ ਵੇਲੇ ਤੁਹਾਡਾ ਕੀ ਰਿਐਕਸ਼ਨ ਔਰ ਕੀ ਜਿਹੜਾ ਤੁਸੀਂ ਅਹਿਸਾਸ ਕਰਦੇ ਹੋ ਉਸ ਵੇਲੇ? ਇਹ ਵੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜੀ। ਕੁਛ ਟਾਈਮ ਤੋਂ ਇਹ ਵੀ ਬਹੁਤ ਮੁੱਦਾ ਚੱਲਿਆ ਹੋਇਆ ਕਿ ਬੱਚੇ ਜਾਇਦਾਦ ਦੇ ਪਿੱਛੇ ਆਪਣੇ ਮਾਂ-ਬਾਪ ਨੂੰ ਘਰੋਂ ਕੱਢ ਦਿੰਦੇ ਆ, ਚਾਹੇ ਉਹਨਾਂ ਦੀ ਕੋਈ ਇਵੇਂ ਦੀਆਂ ਫੈਮਿਲੀ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਕਿ ਚਾਹੇ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਜਾਂ ਮਾਂ ਪਿਓ ਖੁਦ ਨਿਕਲ ਆਉਂਦੇ। ਮੇਰੀ ਬੇਸਿਕਸ ਜਿਹੜੀ ਪ੍ਰਾਇੋਰਟੀ ਹੈ, ਮੈਂ ਹਮੇਸ਼ਾ ਹੀ ਸੱਚ ਦੇ ਆਧਾਰ 'ਤੇ ਕੰਮ ਕਰਾਂਗਾ। ਪਠਾਨਕੋਟ ਦੇ ਵਿੱਚ ਮੈਂ ਉਸ ਵੀਡੀਓ ਦੇ ਵਿੱਚ ਵੀ ਇੱਕ ਗੱਲ ਕਹੀ ਸੀਗੀ ਕਿ ਮੈਨੂੰ ਨਹੀਂ ਪਤਾ ਕਿ ਮਾਤਾ ਜੀ ਦਾ ਕੋਈ ਅੱਗੇ ਪਿੱਛੇ ਹੈਗਾ ਜਾਂ ਮਾਤਾ ਜੀ ਖੁਦ ਇੱਥੇ ਆਏ ਆ, ਜਾਂ ਮੈਂ ਵੀਡੀਓ ਦੇ ਵਿੱਚ ਬਹੁਤੀਆਂ ਗੱਲਾਂ ਕਰਕੇ ਦਿਖਾ ਦਾਂ ਜੀ, 4 ਗੱਲਾਂ ਆਪਣੇ ਮਨੋਂ ਲਾ ਦਾਂ ਜੀ, ਇਹਨਾਂ ਦੇ ਬੱਚੇ ਛੱਡ ਗਿਆ ਜੀ। ਮੈਨੂੰ ਕਿਸੇ ਵੀ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਲੈਣਾ ਦੇਣਾ ਕਿ ਮੈਂ ਇੱਕ ਹਾਈਲਾਈਟ ਹੋਵਾਂ, ਚਾਹੇ ਮੈਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈ। ਅਗਰ ਇਸ ਚੀਜ਼ ਨਾਲ ਮਤਲਬ ਹਾਈਲਾਈਟ ਨਾਲ ਮਤਲਬ ਹੁੰਦਾ ਤਾਂ ਅੱਜ ਤੋਂ ਮੈਂ 3 ਸਾਲ ਪਹਿਲੇ ਇਹ ਚੀਜ਼ਾਂ ਕਰਨਾ ਸ਼ੁਰੂਆਤ ਕਰ ਚੁੱਕਿਆ ਹੁੰਦਾ। ਉਹਦੇ ਵਿੱਚ ਵੀ ਮੈਂ ਵੀਡੀਓ 'ਚ ਕਿਹਾ ਸੀਗਾ ਕਿ ਮੈਨੂੰ ਨਹੀਂ ਪਤਾ ਕਿ ਮਾਤਾ ਜੀ ਨੂੰ ਇੱਥੇ ਕੋਈ ਛੱਡ ਕੇ ਗਿਆ ਆ ਜਾਂ ਮਾਤਾ ਜੀ ਖੁਦ ਪਹੁੰਚੇ। ਜਦੋਂ ਅਸੀਂ ਪੂਰੀ ਵੈਰੀਫਿਕੇਸ਼ਨ ਕੀਤੀ ਹੈ ਤਾਂ ਮੈਨੂੰ ਪਤਾ ਲੱਗਾ ਸੀਗਾ ਕਿ ਮਾਤਾ ਦਾ ਅੱਗੇ ਪਿੱਛੇ ਕੋਈ ਨਹੀਂ ਹੈਗਾ। ਮਾਤਾ ਜੀ ਦੀ ਇੱਕ ਸਿਸਟਰ ਹੈਗੀ ਆ, ਉਹਨਾਂ ਨਾਲ ਜਦੋਂ ਅਸੀਂ ਟਾਈ ਅਪ ਕੀਤਾ ਜਾਂ ਉਹਨਾਂ ਤੱਕ ਅਸੀਂ ਪਹੁੰਚੇ ਹਾਂ, ਬਟ ਉਹਨਾਂ ਨੇ ਮਨਾ ਕਰਤਾ ਸੀਗਾ ਕਿ ਅਸੀਂ ਮਾਤਾ ਜੀ ਨੂੰ ਨਹੀਂ ਰੱਖਾਂਗੇ। ਫਿਰ ਜਦੋਂ ਮੇਰੀ ਕਿਤੇ ਗਵਰਨਮੈਂਟ ਗੱਲ ਚੱਲ ਰਹੀ ਹੈ, ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਵਿੱਚ ਗੱਲ ਚੱਲੀ, ਅਸੀਂ ਕੋਸ਼ਿਸ਼ ਕਰਾਂਗੇ ਮਾਤਾ ਜੀ ਨੂੰ ਕਿਤੇ ਨਾ ਕਿਤੇ ਭੇਜਣ ਦੀ, ਆਸ਼ਰਮ ਦੇ ਵਿੱਚ ਭੇਜ। ਮੈਂ ਜਾਣਨਾ ਚਾਹਾਂਗੀ ਕਿ ਕਿਆ ਤੁਸੀਂ ਇਕੱਲੇ ਹੀ ਇਸ ਸਾਰੇ ਮੁਹਿੰਮ ਨੂੰ ਚਲਾ ਰਹੇ ਹੋ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਜਿਹੜਾ ਹੈ ਸਾਥ ਦਿੰਦਾ ਹੈ ਤੁਹਾਡਾ? ਨਹੀਂ ਜੀ, ਤਾਂ ਦੇਖੋ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਜੀ। ਮੈਂ ਤਾਂ ਇਹ ਅੱਜ ਵੀ ਕਹਾਂਗਾ, ਮੈਂ 10 ਸਾਲ ਬਾਅਦ ਵੀ ਕਹਾਂਗਾ, ਲਾਸਟ ਟਾਈਮ ਤੱਕ ਵੀ ਇਹ ਗੱਲ ਕਹਾਂਗਾ। ਮੇਰੇ ਨਾਲ ਮੇਰੀ ਇੱਕ ਟੀਮ ਹੁੰਦੀ ਹੈ, ਮੇਰੇ ਇੱਕ ਫਰੈਂਡਸ ਜਿਹੜੇ ਮੇਰੇ 24 ਘੰਟੇ ਮੇਰੇ ਨਾਲ ਦਿਨ ਰਾਤ ਖੜੇ ਆ। ਮੇਰੇ ਭਾਜੀ ਹੁਣ ਬੈਠੇ ਆ ਸਾਹਮਣੇ, ਹੋਰ ਬ੍ਰਦਰ ਹੈਗੇ ਆ ਮੇਰੇ ਆਪਣੇ, ਜਿਹੜੇ ਮਤਲਬ ਆਪਣੇ ਨਾਲ ਪੂਰਾ ਸਪੋਰਟ ਕਰਦੇ। ਆਪਣੀ ਫੈਮਿਲੀ ਦੇ ਵਿੱਚੋਂ ਰਾਤ ਨੂੰ ਤੁਸੀਂ 12 ਵਜੇ ਉੱਠ ਕੇ ਆ ਰਹੇ ਹੋ, 1 ਵਜੇ ਉੱਠ ਕੇ ਆ ਰਹੇ ਹੋ, ਬਹੁਤ ਡਿਫੀਕਲਟ ਕੰਮ ਹੈ। ਔਰ ਮੇਰੇ ਡੋਨਰਸ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਤੁਸੀਂ ਮੰਨਦੇ ਹੋ ਕਿ ਇੱਕ ਵੀਡੀਓ ਹੋਰ ਪਈ ਹੋਈ ਸੀ ਮੇਰੇ ਪੇਜ 'ਤੇ, ਇੱਕ ਲੜਕਾ ਸੀਗਾ, ਉਹਦੇ ਕੋਈ ਅੱਗੇ ਪਿੱਛੇ ਨਹੀਂ ਸੀਗਾ, ਉਹਦੀਆਂ ਇਹ ਵਾਲੇ ਚੂਲੇ ਦੋਨੋਂ ਟੁੱਟੇ ਹੋਏ ਸੀਗੇ। ਤਾਂ ਮੈਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ ਜੀ, ਮਤਲਬ ਮੈਂ ਨਾ ਕਾਂਗਰਸ ਨੂੰ ਕਰਦਾ, ਨਾ ਬੀਜੇਪੀ ਨੂੰ ਕਰਦਾ, ਨਾ ਆਮ ਨੂੰ ਕਰਦਾ, ਅਸੀਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ। ਸਾਰੀਆਂ ਪਾਰਟੀਆਂ ਆਪਣੇ ਆਪਣੇ ਤੌਰ ਦੇ ਉੱਤੇ ਬਹੁਤ ਅੱਛਾ ਕੰਮ ਕਰ ਰਹੀਆਂ, ਠੀਕ ਹੈ ਜੀ। ਮੈਨੂੰ ਇੱਕ ਬਹੁਤ ਹੀ ਸਾਡੇ ਏਰੀਏ ਦੇ ਲੀਡਰ ਸਾਹਿਬਾਨ ਦੀ ਕਾਲ ਆਈ ਮੈਨੂੰ,
ਮੈਨੂੰ ਕਹਿੰਦੇ ਬੇਟਾ ਜੀ ਅਸੀਂ ਉਸ ਵੀਰ ਦਾ ਇਲਾਜ ਕਰਾਉਣਾ ਚਾਹੁੰਦੇ ਹਾਂ, ਕਿੰਨਾ ਖਰਚਾ ਹੈ? ਮੈਂ ਕਿਹਾ ਸਰ ਦੇਖੋ, ਨਾ ਤਾਂ ਮੇਰੀ ਪ੍ਰਾਇੋਰਟੀ ਇਹੀ ਹੈ ਕਿ ਮੈਂ ਨਾ ਅੱਜ ਤੱਕ ਕਿਸੇ ਤੋਂ ਪੈਸੇ ਲਏ ਹੈ, ਨਾ ਮੇਰਾ ਕੋਈ ਅਕਾਊਂਟ ਨੰਬਰ ਹੈ, ਨਾ ਹੀ ਮੈਂ ਪੈਸੇ ਲਵਾਂਗਾ। ਤੁਸੀਂ ਆਓ, ਤੁਸੀਂ ਪੇਸ਼ੈਂਟ ਦੇਖੋ, ਹਸਪੀਟਲ ਦੇ ਵਿੱਚ ਉਹਦਾ ਟ੍ਰੀਟਮੈਂਟ ਕਰਵਾ ਦਿਓ, ਉਹਨੂੰ ਮੈਡੀਸਿਨ ਲੈ ਦਿਓ, ਜੋ ਵੀ ਟ੍ਰੀਟਮੈਂਟ ਹੋਏਗੀ ਤੁਸੀਂ ਆਪਣੀ ਹੱਥੀਂ ਕਰਵਾਓ। ਅਸੀਂ ਕੁਛ ਨਹੀਂ ਲੈਣਾ ਵਿੱਚੋਂ, ਨਾ ਅਸੀਂ ਵਾਹਵਾ ਹੀ ਲੈਣੀ ਹੈ, ਨਾ ਅਸੀਂ ਪੈਸੇ ਲੈਣੇ ਆ, ਤੇ ਨਾ ਹੀ ਅਸੀਂ ਲਵਾਂਗੇ। ਬਟ ਐਕਚੁਅਲ 'ਚ ਜਦੋਂ ਫਿਰ ਉਹਨਾਂ ਦਾ ਗਵਰਨਮੈਂਟ ਦੇ ਤੌਰ 'ਤੇ ਮੈਨੂੰ ਲੱਗਾ ਕਿ ਸ਼ਾਇਦ ਇਹ ਕੈਪੇਬਲ ਹੈਗਾ, ਉਹਨਾਂ ਦਾ ਮੈਂ ਗਵਰਨਮੈਂਟ ਦੇ ਤੌਰ 'ਤੇ ਕੁਛ ਨਾ ਕੁਛ ਇੱਦਾਂ ਦੀਆਂ ਪ੍ਰੋਵਾਈਡੇਸ਼ਨਸ ਕਰਵਾਈਆਂ, ਅਤੇ ਉਹਨਾਂ ਦਾ ਅੱਜ ਆਪਰੇਸ਼ਨ ਹੋ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਅੱਜ ਵੀਡੀਓ ਪਾਈ ਹੈ, ਚਾਹੇ ਅਸੀਂ ਅੱਗੇ ਆ ਰਹੇ ਹਾਂ, ਇਸੇ ਕਰਕੇ ਕੋਈ ਨਾ ਕੋਈ ਉਹਨਾਂ ਦਾ ਮਦਦਗਾਰ ਤੱਕ ਪਹੁੰਚ ਰਿਹਾ, ਜਿਹਨੂੰ ਜ਼ਰੂਰਤ ਹੈ ਤਾਂ ਹੀ ਉਹਨਾਂ ਤੱਕ ਪਹੁੰਚ ਰਿਹਾ। ਜੇ ਅਸੀਂ ਪਾਵਾਂਗੇ ਨਹੀਂ, ਲੋਕਾਂ ਨੂੰ ਦੱਸਾਂਗੇ ਨਹੀਂ ਕਿ ਕਿਹਨੂੰ ਕਿਹਦੀ ਜ਼ਰੂਰਤ ਹੈ, ਤਾਂ ਫਿਰ ਤਾਂ ਪਹੁੰਚੂਗਾ ਨਹੀਂ ਜੀ। ਇਹਦੇ ਨਾਲ ਹੀ ਮੈਂ ਇਹ ਜਾਣਨਾ ਚਾਹਾਂਗੀ ਕਿ ਕਿਆ ਤੁਸੀਂ ਕੇਵਲ ਸਿਰਫ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੀ ਹੈਲਪ ਕਰਦੇ ਹੋ, ਜਾਂ ਕੋਈ ਹੋਰ ਵੀ ਅਗਰ ਆਉਂਦਾ ਹੈ ਤੁਹਾਡੇ ਕੋਲ ਕਿ ਮੈਨੂੰ ਹੈਲਪ ਚਾਹੀਦੀ ਹੈ, ਤਾਂ ਤੁਸੀਂ ਉਹਦੀ ਹੈਲਪ ਕਰਦੇ ਹੋ, ਕਿਸ ਤਰੀਕੇ ਨਾਲ ਕਰਦੇ ਹੋ? ਦੇਖੋ ਜੀ, ਕੁਛ ਚੀਜ਼ਾਂ ਜਿਹੜੀਆਂ ਸਾਡੇ ਬਸ ਦੇ ਵਿੱਚ ਨਹੀਂ ਹੁੰਦੀਆਂ, ਬਟ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਗਰ ਕਿਸੇ ਨੂੰ ਕਿਸੇ ਵੀ ਟਾਈਪ ਦੀ ਮਦਦ ਹੈਗੀ ਹੈ, ਜਿਵੇਂ ਕਿਸੇ ਗਰੀਬ ਪਰਿਵਾਰ ਦੀ ਲੜਕੀ ਦੀ ਮੈਰਿਜ ਹੈ, ਅਸੀਂ ਮੈਰਿਜ ਵੀ ਕਰਵਾਉਂਦੇ ਹਾਂ ਜੀ। ਅਸੀਂ ਨਹੀਂ ਕਰਵਾਉਂਦੇ ਜੀ, ਮੈਂ ਤਾਂ ਕੁਛ ਨਹੀਂ ਹੈਗਾ ਜੀ, ਮੈਂ ਤਾਂ ਸਿਰਫ ਇੱਕ ਵਿਚੋਲੀ ਹਾਂ, ਜਿਹਨੂੰ ਕਹਿੰਦੇ ਨੇ ਵਿਚੋਲਾ ਜੀ। ਮੈਂ ਤਾਂ ਇੱਕ ਸਿਰਫ ਵਿੱਚੋਂ ਕੁਛ ਨਹੀਂ ਕਰਨਾ ਜੀ। ਅਸੀਂ ਉਹਨਾਂ ਲੋਕਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚਾਉਂਦੇ ਹਾਂ ਜਿਹਨਾਂ ਨੂੰ ਪ੍ਰਮਾਤਮਾ ਨੇ ਬਹੁਤ ਹੋਇਆ। ਔਰ ਸਾਡਾ ਸ਼ਹਿਰ ਪਠਾਨਕੋਟ ਇੱਕ ਕਿੰਨਾ ਕੁ ਸੋਹਣਾ ਸ਼ਹਿਰ ਹੈ, ਔਰ ਬਹੁਤ ਹੀ ਅੱਛੇ ਲੋਕ ਰਹਿੰਦੇ ਇੱਥੇ, ਔਰ ਬਹੁਤ ਹੀ ਮਦਦਗਾਰ ਲੋਕ ਰਹਿੰਦੇ। ਤੁਸੀਂ ਮੰਨਦੇ ਹੋ ਕਿ ਜਦੋਂ ਲੋਕਡਾਊਨ ਦੇ ਵਿੱਚ ਸਾਡੇ ਪਠਾਨਕੋਟ ਦੀ ਇੱਕ ਹਿਸਟਰੀ ਰਹੀ ਹੈ ਜੀ, ਇੰਨੇ ਲੋਕੀ ਖਾਣ ਵਾਲੇ ਨਹੀਂ ਸੀਗੇ ਜਿੰਨੇ ਲੋਕੀ ਦਾਨ ਕਰਨ ਵਾਲੇ ਸੀਗੇ। ਇਹ ਤੁਸੀਂ ਵੀ ਦੇਖਿਆ ਹੋਵੇਗਾ, ਹਰ ਜਗ੍ਹਾ ਘਰ ਲੰਗਰ ਲੱਗਿਆ ਪਿਆ ਸੀਗਾ। ਕਿਉਂ ਲੱਗਿਆ ਪਿਆ ਸੀਗਾ? ਕਿਉਂਕਿ ਸਾਡਾ ਪਠਾਨਕੋਟ ਬਹੁਤ ਹੀ ਕੱਚਾ ਸ਼ਹਿਰ, ਬਾਕੀ ਵੀ ਪੂਰਾ ਪੰਜਾਬ ਬਹੁਤ ਅੱਛਾ ਹੈ, ਮੈਂ ਨਹੀਂ ਕਹਿ ਰਿਹਾ ਕਿ ਬਾਕੀ ਸਾਰੇ ਮਾੜੇ ਹੈ, ਬਟ ਸਾਡੇ ਸ਼ਹਿਰ ਦੇ ਵਿੱਚ ਬਹੁਤ ਅੱਛੇ ਲੋਕ, ਅਸੀਂ ਉਹਨਾਂ ਦੀ ਆਵਾਜ਼ ਉਹਨਾਂ ਲੋਕਾਂ ਤੱਕ ਲੈ ਕੇ ਜਾਂਦੇ ਹਾਂ ਜਿਹੜੇ ਲੋਕੀ ਕਿਸੇ ਦੀ ਮਦਦ ਕਰਨਾ ਚਾਹੁੰਦੇ। ਸਾਡੀ ਇਹੀ ਅੱਜ ਵੀ ਪ੍ਰਾਇੋਰਟੀ ਇਹੀ ਹੈ ਕਿ ਅਸੀਂ ਕੁਛ ਜਿਹੜੇ ਅਸਹਾਏ ਲੋਕੀ ਕਿਸੇ ਵੀ ਟਾਈਪ ਦੀ ਮਦਦ ਹੋਏ। ਨੈਕਸਟ ਅਸੀਂ ਹੁਣ ਕੁਛ ਟਾਈਮ ਤੱਕ 6 ਮਹੀਨੇ ਵਿਦਿਨ 4-5th ਮੰਥ ਤੱਕ ਅਸੀਂ ਇੱਕ ਸਟੈਪ ਚੱਕਾਂਗੇ ਕਿ ਜਿਹਨਾਂ ਕੋਲ ਰਹਿਣ ਦੇ ਲਈ ਘਰ ਨਹੀਂ ਹੈਗੇ, ਚਾਹੇ ਜਿਹਨਾਂ ਕੋਲ ਬਿਲਕੁਲ ਵੀ ਕੋਈ ਸਪੋਰਟੇਬਲ ਨਹੀਂ ਹੈਗੀ, ਆਪਣੀ ਟੀਮ ਵੱਲੋਂ, ਸਾਡੇ ਵੱਲੋਂ, ਚਾਹੇ ਜਿਹੜੇ ਅੱਛੇ ਲੋਕੀ ਹੈ ਜਿਹੜੇ ਕਿਸੇ ਦੀ ਮਦਦ ਕਰਨਾ ਚਾਹੁੰਦੇ, ਉਹਨਾਂ ਤੱਕ ਅਸੀਂ ਆਵਾਜ਼ ਪਹੁੰਚਾ ਕੇ ਉਹਨਾਂ ਦਾ ਇੱਕ ਦੋ ਕਮਰਾ, ਮਤਲਬ ਉਹਨਾਂ ਨੂੰ ਸਿਰ ਕੱਜਣ ਦੀ ਥਾਂ ਦੇਵਾਂਗੇ ਜੀ। ਐਟ ਦ ਸੇਮ ਟਾਈਮ ਮੈਂ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਹੁਣ ਕੋਵਿਡ-19 ਚੱਲਿਆ ਸੀਗਾ, ਉਸ ਦੌਰਾਨ ਤੁਸੀਂ ਲੋਕਾਂ ਦੀ ਕਿਵੇਂ ਹੈਲਪ ਕੀਤੀ? ਕੋਵਿਡ-19 ਦੇ ਦੌਰ ਦੇ ਵਿੱਚ ਜੀ ਸਾਡੇ ਕੋਲ ਕਈ ਇਵੇਂ ਦੇ ਪੇਸ਼ੈਂਟ ਸੀਗੇ ਕਿ ਜਿਹਨਾਂ ਕੋਲੇ ਘਰੇ ਮੈਡੀਸਿਨ ਨਹੀਂ ਸੀਗੀ। ਚਲੋ, ਜਿਹੜੀ ਲੰਗਰ ਦੀ ਸੇਵਾ ਸੀਗੀ, ਰਾਸ਼ਨ ਦੀ ਸੇਵਾ ਸੀਗੀ, ਸਾਡੇ ਪਠਾਨਕੋਟ ਦੇ ਬਹੁਤ ਜ਼ਿਆਦਾ ਸੁਸਾਇਟੀਆਂ ਸੀਗੀਆਂ ਜਿਨ੍ਹਾਂ ਨੇ ਇਹ ਚੀਜ਼ਾਂ ਆਪਣੇ ਤੌਰ ਦੇ ਉੱਤੇ ਸੰਭਾਲੀਆਂ ਸੀਗੀਆਂ। ਔਰ ਤੁਸੀਂ ਮੰਨਦੇ ਹੋ ਕਿ ਉਹ ਇਵੇਂ ਦਾ ਕੰਮ ਕਰਦੀਆਂ ਸੀਗੀਆਂ ਕਿ ਰਾਤ ਦਿਨ ਉਹਨਾਂ ਦਾ ਲੰਗਰ ਚੱਲ ਰਿਹਾ ਸੀਗਾ। ਬਟ ਅਸੀਂ ਕੁਛ ਹਟਕੇ ਸੀਗੇ ਵੀ, ਜਿਵੇਂ ਕੋਈ ਪੇਸ਼ੈਂਟ ਸੀਗੇ, ਕੋਈ ਹਾਰਟ ਦੇ ਪੇਸ਼ੈਂਟ ਸੀਗੇ, ਕੋਈ ਕੈਂਸਰ ਪੇਸ਼ੈਂਟ ਸੀਗੇ, ਕੋਈ VP ਦੇ ਸੀਗੇ, ਕੋਈ ਡਾਇਲਿਸਿਸ ਦੇ ਪੇਸ਼ੈਂਟ ਸੀਗੇ, ਉਹਨਾਂ ਕੋਲ ਬਾਹਰ ਜਾਣ ਨੂੰ ਕੋਈ ਸਾਧਨ ਨਹੀਂ ਸੀਗੇ। ਤਾਂ ਕੋਈ ਕੈਂਸਰ ਦੇ ਪੇਸ਼ੈਂਟ ਸਾਡੇ ਕੋਲ ਇਵੇਂ ਦੇ ਸੀਗੇ ਜਿਹਨਾਂ ਦੀਆਂ ਕੀਮੋ ਇਮੀਡੀਏਟਲੀ, ਜਿਵੇਂ 20 ਤਰੀਕ ਮਿਲੀ ਹੈ ਤਾਂ ਉਹਨਾਂ ਦੀ ਇਸ ਵੀਕਐਂਡ ਦੀ 20 ਤਰੀਕ ਨੂੰ ਹੀ ਕੀਮੋਜ਼ ਹੋਣੀ ਇਮੀਡੀਏਟਲੀ ਹੋਣੀ ਹੈ। ਔਰ ਇਸ ਚੀਜ਼ ਦੇ ਵਿੱਚੋਂ ਮੈਂ ਦੌਰ ਚੋਂ ਨਿਕਲ ਚੁੱਕਿਆ। ਮੈਨੂੰ ਪਤਾ ਕਿ ਅਗਰ ਉਹ ਟ੍ਰੀਟਮੈਂਟ ਨਹੀਂ ਮਿਲਿਆ, 2 ਦਿਨ ਵੀ ਲੇਟ ਹੋ ਗਿਆ, ਤੁਸੀਂ ਜਾਨ ਤੋਂ ਵੀ ਜਾ ਸਕਦੇ ਹੋ। ਉਹਨਾਂ ਲਈ ਅਸੀਂ ਵਹੀਕਲਸ ਪ੍ਰੋਵਾਈਡ ਕਰਵਾਏ ਸੀਗੇ, ਐਂਬੂਲੈਂਸ ਵਗੈਰਾ ਪ੍ਰੋਵਾਈਡ ਕਰਵਾਈਆਂ ਸੀਗੀਆਂ। ਮਤਲਬ ਅਸੀਂ ਜਿਹਨਾਂ ਨੂੰ ਘਰ ਦੇ ਵਿੱਚ ਮੈਡੀਸਿਨ, ਜਿਵੇਂ ਹੁਣ ਕੁਛ ਮੈਡੀਸਿਨ ਇਵੇਂ ਦੀਆਂ ਸੀਗੀਆਂ ਕੀਮੋ ਦੀਆਂ ਕਿ ਜਿਹੜੀਆਂ DMC ਤੋਂ ਪ੍ਰੋਵਾਈਡ ਹੋਣੀਆਂ ਸੀਗੀਆਂ, DMC ਦੇ ਵਿੱਚੋਂ ਹੀ ਉਹਨਾਂ ਦੇ ਮਿਲਣੀਆਂ ਸੀਗੀਆਂ, ਉੱਥੋਂ ਅਸੀਂ ਲਿਆ ਕੇ ਜਾਂ ਕਿਤੋਂ ਕੋ ਮੰਗਵਾ ਕੇ ਕੁਛ ਨਾ ਕੁਛ ਉਹਨਾਂ ਨੂੰ ਘਰੇ ਪ੍ਰੋਵਾਈਡ ਕਰਵਾਈਆਂ। ਬਸ ਜੋ ਵੀ ਮਤਲਬ ਰਲਦਾ ਮਿਲਦਾ ਸੀ, ਜੋ ਸਾਰਾ ਕੰਮ ਸੀਗਾ ਇਵੇਂ ਦਾ ਰਿਹਾ ਸਾਡਾ। ਕੋਈ ਐਸੀ ਯਾਦਗਾਰ ਜਿਹੜੀ ਹਜੇ ਵੀ ਤੁਹਾਨੂੰ ਯਾਦ ਹੋਵੇ, ਖੁਸ਼ੀ ਵੀ ਦਿੰਦੀ ਹੋਵੇ ਤੇ ਨਮੀ ਵੀ ਦਿੰਦੀ ਹੋਵੇ, ਤੁਹਾਡੇ ਅਜੇ ਵੀ ਹੈ ਕੁਝ? ਦੇਖੋ ਜੀ, ਮੈਂ ਤਾਂ ਚਲੋ ਇਹ ਤਾਂ ਪਰਸਨਲੀ ਗੱਲ ਹੋ ਗਈ। ਸੈਕਿੰਡਲੀ ਕੀ ਹੈ ਜੀ ਕਿ ਜ਼ਿੰਦਗੀ ਦੇ ਵਿੱਚ ਅਸੀਂ ਕੁਛ ਵੀ ਪਾ ਲਈਏ, ਦੌਲਤ, ਸ਼ੋਹਰਤ, ਕੁਛ ਵੀ ਪਾ ਲਈਏ, ਬਟ ਲੇਕਿਨ ਜੋ ਸਾਡੀ ਜ਼ਿੰਦਗੀ 'ਚ ਸਾਡੇ ਮਾਂ ਪਿਓ ਦਾ ਯੋਗਦਾਨ ਹੁੰਦਾ, ਇਹ ਕਿਸੇ ਇਨਸਾਨ ਦਾ ਨਹੀਂ ਹੋ ਸਕਦਾ ਜੀ। ਮੈਂ ਫੋਰ ਐਗਜ਼ਾਮਪਲ ਇੱਕ ਤੁਹਾਨੂੰ ਦੇਣਾ ਜੀ ਕਿ ਸਾਡੇ ਮਾਂ ਪਿਓ ਦੀ, ਅਸੀਂ ਆਪਣੇ ਮਾਂ-ਬਾਪ ਦੀ ਸੇਵਾ ਕਰਕੇ ਪਰਮਾਤਮਾ ਨੂੰ ਧਰਤੀ 'ਤੇ ਬੁਲਾ ਸਕਦੇ ਹਾਂ ਜੀ। ਅਸੀਂ ਆਪਣੇ ਮਾਂ ਪਿਓ ਦੀ ਚੰਗੀ ਸੇਵਾ ਕਰਦੇ ਹਾਂ, ਪਰਮਾਤਮਾ ਖੁਸ਼ ਹੋ ਕੇ ਧਰਤੀ 'ਤੇ ਆ ਸਕਦਾ। ਪਰ ਜਦੋਂ ਮਾਂ-ਬਾਪ ਧਰਤੀ ਤੋਂ ਚਲੇ ਜਾਣ ਨਾ, ਜਦੋਂ ਸਾਡੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠਿਆ ਜਾਂਦਾ, ਤਾਂ ਅਸੀਂ ਫਿਰ ਉਸ ਤੋਂ ਬਾਅਦ ਪਰਮਾਤਮਾ ਦੀ ਹਜ਼ਾਰਾਂ ਸਾਲ ਪੂਜਾ ਕਰਦੇ ਰਹੀਏ, ਪਰ ਸਾਡੇ ਮਾਂ-ਬਾਪ ਧਰਤੀ 'ਤੇ ਨਹੀਂ ਆ ਸਕਦੇ। ਸਾਨੂੰ ਨਾ ਉਹ ਪਿਆਰ ਮਿਲ ਸਕਦਾ, ਨਾ ਹੀ ਉਹ ਸਾਨੂੰ ਛਾਇਆ ਮਿਲ ਸਕਦੀ। ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਮੇਰੀ ਮਾਤਾ ਜੀ ਚਲੇ ਗਏ
ਤਾਂ ਉਹ ਅਜੇ ਤੱਕ ਉਹ ਕਮੀ ਤਾਂ ਨਾ ਅਜੇ ਵੀ ਪੂਰੀ ਨਹੀਂ ਹੋ ਸਕਦੀ ਅਤੇ ਨਾ ਹੀ ਅੱਗੇ ਪੂਰੀ ਹੋਏਗੀ। ਉਹ ਯਾਦਗਾਰ ਜਿਹੜੀ ਮੇਰੀ ਜ਼ਿੰਦਗੀ ਦੀ ਇੱਕ ਮੂਮੈਂਟ ਹੈ ਜਿਹੜੀ ਉਹ ਮੈਂ ਕਦੇ ਭੁੱਲ ਨਹੀਂ ਸਕਦਾ। ਬਟ ਹਾਂ, ਮੈਂ ਉਹਨਾਂ ਦੇ ਨਾਮ ਦੀ ਜਦ ਤੱਕ ਮੇਰੇ ਸਾਥ ਚੱਲਣਗੇ ਮਤਲਬ ਮੈਂ ਉਹਨੂੰ ਜ਼ਰੂਰ ਕਿਤੇ ਨਾ ਕਿਤੇ ਅੱਛੀ ਜਗ੍ਹਾ ਲੈ ਕੇ ਜਾਵਾਂਗਾ ਜੀ। ਕੋਈ ਐਸੀ ਗੱਲ ਜਿਹੜੀ ਹੈ ਹਜੇ ਵੀ ਤੁਹਾਨੂੰ ਜਿਹੜੀ ਪਿੰਚ ਕਰਦੀ ਹੋਵੇ ਰਿਲੇਟਡ ਟੂ ਜਿਸ ਤਰ੍ਹਾਂ ਸੇਵਾ ਕਰਦੇ ਹੋ ਜੀ, ਉਸ ਵੇਲੇ ਕੋਈ ਐਸੀ ਗੱਲ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਬਟ ਹੋਈ, ਤੇ ਮੈਂ ਉਹਦੇ ਬਾਰੇ ਵੀ ਜਾਣਨਾ ਚਾਹਾਂਗੀ। ਬੇਸਿਕਸ ਜਿਹੜੀਆਂ ਅਜੇ ਤੱਕ ਅਸੀਂ ਵੀਡੀਓਜ਼ ਪਾਉਂਦੇ ਹਾਂ ਜਾਂ ਜੋ ਵੀ ਲੋਕ ਸਾਡੇ ਲਈ ਹੈਲਪ ਲਈ ਆਉਂਦੇ ਆ ਤਾਂ ਉਹ ਆ ਕੇ ਪੇਸ਼ੈਂਟ ਨੂੰ ਦੇਖਦੇ ਆ, ਹੈਲਪ ਕਰਦੇ ਆ। ਬਟ ਕੁਛ ਟਾਈਮ ਤੋਂ ਪੰਜਾਬ ਦੇ ਵਿੱਚ ਨਾ ਜਿਵੇਂ ਬੜੇ ਇਲਜ਼ਾਮਾਂ ਦੇ ਤੌਰ 'ਤੇ ਦੌਰ ਰਿਹਾ ਪਿੱਛੇ 3-4 ਮਹੀਨੇ ਬਹੁਤ ਦੌਰ ਰਿਹਾ ਹੈਗਾ, ਜਿਹੜੇ ਲੋਕ ਸੇਵਾ ਕਰਦੇ ਹੈਗੇ ਆ ਯੰਗਸਟਰ ਆ ਕੇ, ਉਹ ਸਾਡੇ ਲਈ ਇੱਕ ਬੜੀ ਪ੍ਰੇਰਨਾ ਸਰੋਤ ਬਣੇ ਸੀਗੇ। ਮਤਲਬ ਪ੍ਰੇਰਨਾ ਇਨ ਦਾ ਸੈਂਸ ਕਿ ਉਹ ਆਪਣੇ ਕੰਮ ਦੇ ਨਾਲ ਨਾਲ ਇੱਕ ਬਹੁਤ ਅੱਛੀ ਸੇਵਾ ਕਰਦੇ ਸੀਗੇ। ਚਲੋ ਕਰਦੇ ਸੀਗੇ, ਇਹ ਤਾਂ ਨਹੀਂ ਹੈਗਾ ਕਿ ਨਹੀਂ ਕਰਦੇ ਸੀਗੇ ਬਟ ਉਹ ਅੱਜ ਸੇਵਾ ਬੰਦ ਹੋ ਚੁੱਕੀ ਹੈ, ਪੂਰੇ ਪੰਜਾਬ ਤੌਰ ਦੇ ਉੱਤੇ ਬੰਦ ਹੋ ਚੁੱਕੀ ਹੈ। ਗੋਲਡੀ ਸੀਗਾ, ਪੁਨੀਤ ਸੀਗਾ, ਵੀਰੇ, ਇਹ ਦੋਨੋਂ ਵੀਰ ਬਹੁਤ ਵਧੀਆ ਕੰਮ ਕਰਦੇ ਸੀਗੇ, ਬੰਦ ਹੋ ਗਈ ਸੇਵਾ। ਮੈਨੂੰ ਵੀ ਫਰਕ ਨਹੀਂ ਪਿਆ, ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਦੇਖੋ ਜੀ, ਜਿਹੜਾ ਅਮੀਰ ਇਨਸਾਨ ਹੈ ਉਹਨੂੰ ਘਰੋਂ ਨਿਕਲ ਕੇ ਜ਼ਰੂਰਤ ਨਹੀਂ ਹੈ, ਮਿਡਲ ਕਲਾਸ ਕੋਲੇ ਟਾਈਮ ਨਹੀਂ ਹੈ, ਅਤੇ ਜਿਹੜਾ ਗਰੀਬ ਬੰਦਾ ਉਹਦੇ ਕੋਲ ਹਿੰਮਤ ਹੀ ਨਹੀਂ ਹੈ। ਜੇ ਉਹ ਵੀਰ ਕਿਤੇ ਨਾ ਕਿਤੇ ਉਹਨਾਂ ਤੱਕ ਪਹੁੰਚੇ ਸੀਗੇ, ਸਾਨੂੰ ਵੀ ਉਹਨਾਂ ਤੋਂ ਦੇਖ ਕੇ ਆਈਡੀਆ ਆਇਆ, ਉਹਨਾਂ ਵੱਲ ਦੇਖ ਕੇ ਸਾਨੂੰ ਵੀ ਅਕਲ ਆਈ ਕਿ ਅਸੀਂ ਵੀ ਦੁਨੀਆ ਪਰਮਾਤਮਾ ਨੇ ਸਾਨੂੰ ਇੱਕ ਵਾਰੀ ਦਾਤ ਬਖਸ਼ੀ ਹੈ, ਬਾਰ-ਬਾਰ ਤਾਂ ਜ਼ਿੰਦਗੀ ਮਿਲਣੀ ਨਹੀਂ, ਕੁਛ ਕਰਕੇ ਤਾਂ ਜਾਈਏ ਜ਼ਿੰਦਗੀ 'ਤੇ ਕਿ ਕਿਸੇ ਦਾ ਦਿਲ ਦੇ ਵਿੱਚ ਤਾਂ ਜਗ੍ਹਾ ਬਣੇ। ਬਟ ਉਹ ਐਕਚੁਅਲੀ ਹੁਣ ਸੇਵਾ ਉਹਨਾਂ ਦੀ ਬੰਦ ਹੋ ਚੁੱਕੀ ਹੈ, ਤਾਂ ਫਰਕ ਤਾਂ ਕਿਸੇ ਨੂੰ ਨਹੀਂ ਪਿਆ ਜੀ। ਚਲੋ ਅਦਰਵਾਈਜ਼ ਦੇਖੋ, ਅਗਰ ਉਹਨਾਂ ਨੇ ਕੋਈ ਗਲਤੀ ਕੀਤੀ ਹੋਏਗੀ, ਹੁਣ ਮੈਂ ਸ਼ਹਿਰ ਪਠਾਨਕੋਟ ਦੇ ਵਿੱਚ ਕੰਮ ਕਰ ਰਿਹਾ, ਸਾਡੇ ਸ਼ਹਿਰ ਦੇ ਬਹੁਤ ਵੱਡੀਆਂ ਸੰਸਥਾ ਹੈਗੀਆਂ, ਅੱਜ ਦੀਆਂ ਨਹੀਂ, ਬਹੁਤ ਅੱਛੇ ਪਰਸਨ ਆ ਜਿਹੜੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਅੱਛਾ ਕੰਮ ਕਰ ਰਹੇ ਔਰ ਸਾਡੇ ਤੋਂ ਕਈ ਹਜ਼ਾਰਾਂ ਗੁਣਾ ਵਧੀਆ ਕੰਮ ਕਰ ਰਹੇ। ਅਸੀਂ ਵੀ ਉਹਨਾਂ ਤੋਂ ਸਿੱਖ ਕੇ ਕੰਮ ਲਿਆ ਔਰ ਮੈਂ ਵੀ ਜਦੋਂ ਉਸ ਏਜ ਫੈਕਟਰ 'ਚ ਜਾਵਾਂਗਾ, ਮੇਰੀ ਵੀ ਇਹ ਵਾਲੀ ਕੋਈ ਨਾ ਕੋਈ ਦੌਰ, ਮੇਰੇ ਵੀ ਇਸ ਚੀਜ਼ ਨੂੰ ਕੋਈ ਸੰਭਾਲੇਗਾ। ਮੈਂ ਅੱਜ ਗਲਤੀ ਕਰਾਂਗਾ, ਉਹਨਾਂ ਦਾ ਮੈਨੂੰ ਫਰਜ਼ ਬਣਦਾ ਕਿ ਬੇਟਾ ਜੀ ਤੁਸੀਂ ਇਵੇਂ ਕਰ ਰਹੇ ਹੋ, ਤੁਸੀਂ ਇਵੇਂ ਕਰੋ, ਤੁਸੀਂ ਇਸ ਰਸਤੇ ਨਹੀਂ ਜਾਣਾ, ਤੁਸੀਂ ਇਸ ਰਸਤੇ ਜਾਓ। ਉਹ ਫਰਜ਼ ਕਿਉਂ ਬਣਦਾ? ਕਿਉਂਕਿ ਅਸੀਂ ਪੋਲੀਟਿਕਸ ਨਹੀਂ ਕਰ ਰਹੇ। ਜਾਂ ਤਾਂ ਅਸੀਂ ਪੋਲੀਟਿਕਸ ਕਰ ਰਹੇ ਜਾਂ ਤਾਂ ਅਸੀਂ ਵੋਟਾਂ ਲੈਣੀਆਂ, ਫਿਰ ਤਾਂ ਜੀ ਅਸੀਂ ਗੱਲ ਕਰੀਏ ਜੀ ਕਿ ਠੀਕ ਹੈ ਜੀ ਵੀ ਉਹ ਵਾਲੀ ਸੰਸਥਾ ਨੇ ਜ਼ਿਆਦਾ ਨੰਬਰ ਲੈ ਲਏ, ਉਹ ਵਾਲੇ ਸਮਾਜ ਸੇਵੀ ਨੇ ਜ਼ਿਆਦਾ ਨੰਬਰ ਲੈ ਲਏ। ਹੈ ਤਾਂ ਅਸੀਂ ਇੱਕੋ ਹੀ ਕੈਟਾਗਰੀ ਦੇ ਆ ਨਾ ਸਮਾਜ ਸੇਵੀ, ਤਾਂ ਫਿਰ ਜੋ ਕੋਈ ਸਾਰੇ ਇੱਕ ਕੰਮ ਕਰਕੇ ਰਲ ਕੇ ਕਰ ਰਹੇ ਆ ਤਾਂ ਫਿਰ ਉਹਨੂੰ ਫਰਜ਼ ਬਣਦਾ ਕਿ ਅਸੀਂ ਇੱਕੋ ਰਸਤੇ ਸਾਰਿਆਂ ਨੂੰ ਤੋਰ ਕੇ ਚੱਲੀਏ। ਜੀ ਬਿਲਕੁਲ। ਲਾਸਟ ਕੁਐਸਚਨ ਮੈਂ ਇਹ ਪੁੱਛਣਾ ਚਾਹੂੰਗੀ ਕਿ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਯੂਥ ਹੈ, ਅੱਜ ਦੀ ਜਿਹੜੀ ਯੰਗ ਜਨਰੇਸ਼ਨ ਹੈ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਮੈਂ ਤਾਂ ਜੀ ਇੱਕ ਛੋਟੀ ਜੀ ਮੈਂ ਇੱਕ ਸਭ ਤੋਂ ਰਿਕੁਐਸਟ ਕਰਨਾ ਚਾਹੁੰਦਾ। ਪਹਿਲੀ ਗੱਲ ਤਾਂ ਸਾਡਾ ਜਿਹੜਾ ਸ਼ਹਿਰ ਦਾ ਯੂਥ ਹੈ ਬਹੁਤ ਅੱਛਾ ਹੈ ਜੀ, ਵੀ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖੋ, ਇੱਕ ਸ਼ੁਰੂਆਤੀ ਦੌਰ ਹੁੰਦਾ ਜਦੋਂ ਬਚਪਨ ਦਾ, ਅਸੀਂ ਪੜ੍ਹਦੇ ਹਾਂ, ਪੜ੍ਹਨ ਤੋਂ ਬਾਅਦ ਇੱਕ ਸਾਡੇ ਸਿਰ 'ਤੇ ਇੱਕ ਰਿਸਪੋਂਸੀਬਿਲਿਟੀ ਪੈਂਦੀ ਹੈ ਕੰਮ ਦੀ, ਪਰਿਵਾਰਿਕ ਤੌਰ 'ਤੇ ਪ੍ਰੈਸ਼ਰ ਹੁੰਦਾ, ਚਾਹੇ ਸਾਨੂੰ ਇੱਕ ਸੁਸਾਇਟੀ ਦਾ ਪ੍ਰੈਸ਼ਰ ਹੁੰਦਾ। ਅਸੀਂ ਸਭ ਬੰਦੇ, ਕੋਈ ਵੀ ਨੋਰਮਲੀ ਅਸੀਂ ਇਨਸਾਨ, ਸਾਰੀ ਦੁਨੀਆ ਐਵੇਂ ਪੜ੍ਹ ਕੇ ਤੁਸੀਂ ਕੰਮ ਕਰਨਾ ਜੀ, ਬਟ ਸਾਨੂੰ ਕਿਤੇ ਨਾ ਕਿਤੇ ਐਕਚੁਅਲ 'ਚ ਸਾਨੂੰ ਇੱਕ ਛੋਟੀ ਜਿਹੀ ਜਗ੍ਹਾ, ਛੋਟਾ ਜਿਹਾ ਇੱਕ ਆਪਣੀ ਜ਼ਿੰਦਗੀ 'ਚ ਇੱਕ ਇਹੋ ਜਿਹਾ ਸਥਾਨ ਰੱਖਣਾ ਚਾਹੀਦਾ ਕਿ ਅਸੀਂ ਕਿਸੇ ਲਈ ਵੀ ਕੁਝ ਕਰ ਸਕੀਏ। ਅਸੀਂ ਅਗਰ ਹਰ ਗਲੀ, ਹਰ ਮੁਹੱਲੇ ਦੇ ਵਿੱਚ ਇਵੇਂ ਦਾ ਕੋਈ ਹਰ ਬੰਦਾ ਹੋਵੇ ਤਾਂ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਇੱਕ ਵਿਚਾਰੇ ਜ਼ਰੂਰਤਮੰਦ ਲੋਕ ਉਹਨਾਂ ਨੂੰ ਕਿਤੇ ਧੱਕੇ ਖਾਣ ਦੀ ਜ਼ਰੂਰਤ ਹੈ। ਮੈਂ ਯੂਥ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਸਾਰੇ ਅੱਗੇ ਆਓ। ਇੱਕ ਉਹਨਾਂ ਲੋਕਾਂ ਦੇ ਪੈਸੇ ਦੀ ਸਭ ਤੋਂ ਵੱਡੀ ਗੱਲ ਹੈ ਜੀ, ਲੋਕੀ ਸੋਚਦੇ ਕਿ ਪੈਸੇ ਨਾਲ ਹੀ ਕਿਸੇ ਦੀ ਮਦਦ ਕੀਤੀ ਜਾ ਸਕਦੀ ਹੈ, ਬਟ ਮੇਰਾ ਇਹ ਮੰਨਣਾ ਨਹੀਂ ਹੈ। ਤੁਸੀਂ ਕਿਸੇ ਜ਼ਰੂਰਤਮੰਦ ਇਨਸਾਨ ਦੇ ਕੋਲੇ ਜਾ ਕੇ ਖੜੋ ਵੀ ਜਾਓਗੇ ਨਾ ਤਾਂ ਉਹ ਬਹੁਤ ਵੱਡੀ ਸੇਵਾ ਜੀ। ਪਠਾਨਕੋਟ ਦੇ ਵਿੱਚ ਕਈ ਬਲੱਡ ਸੁਸਾਇਟੀਆਂ ਐਵੇਂ ਦੀਆਂ ਹੈਗੀਆਂ ਕਿ ਇੱਕ ਤੁਸੀਂ ਉਹਨਾਂ ਨੇ ਤੁਹਾਡੇ ਕੋਲ ਕੋਈ ਚਾਰਜਸ ਨਹੀਂ ਲੈ ਰਹੇ, ਬਟ ਕੋਈ ਪੇਸ਼ੈਂਟ ਹਿਮਾਚਲ ਤੋਂ ਆ ਰਿਹਾ, ਉਹਨਾਂ ਨੂੰ ਬਲੱਡ ਦੀ ਨੀਡ ਆ, ਬਲੱਡ ਦੇ ਰਹੇ, ਉਹਨਾਂ ਲਈ ਇਹ ਸਹਾਰਾ ਬਣ ਗਏ। ਉਹਨਾਂ ਲਈ ਕਿੱਡੀ ਵੱਡੀ ਗੱਲ ਹੋ ਗਈ, ਔਖੇ ਟਾਈਮ ਸਹਾਰਾ ਬਣ ਗਏ। ਸਾਨੂੰ ਕਿਤੇ ਨਾ ਕਿਤੇ ਕਿਸੇ ਜ਼ਰੂਰਤਮੰਦ ਲਈ ਇੱਕ ਸਹਾਰਾ ਬਣਨਾ ਚਾਹੀਦਾ। ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਜੀ ਕਿ ਤੁਸੀਂ ਅੱਗੇ ਆਓ, ਅੱਗੇ ਇਸ ਕਰਕੇ ਆਪਣਾ ਦਿਨ ਦੇ 12 ਘੰਟੇ 'ਚੋਂ 1 ਘੰਟਾ ਤੁਸੀਂ ਕਿਸੇ ਨੂੰ, ਆਪਣੀ ਲਾਈਫ ਦੇ 1 ਘੰਟਾ ਤੁਸੀਂ ਜ਼ਰੂਰਤਮੰਦਾਂ ਲਈ ਜ਼ਰੂਰ ਦੇਵੋ। ਸਾਡੇ ਨਾਲ ਆਓ, ਤੁਸੀਂ ਦੇਖੋ, ਅੱਛੇ ਕੰਮ ਕਰੋ। ਉਹਦੇ ਲਈ ਕੀ ਹੋਊਗਾ ਕਿ ਸਾਡਾ ਇੱਕ ਪੋਜ਼ੀਟਿਵਿਟੀ ਰਹੂਗੀ, ਸਾਡੇ ਲਾਈਫ ਦੇ ਵਿੱਚ ਖੁਸ਼ੀਆਂ ਰਹਿਣਗੀਆਂ। ਸਾਨੂੰ ਜਦੋਂ ਸਾਡੇ 'ਤੇ ਕਿਤੇ ਔਖਾ ਟਾਈਮ ਆਊਗਾ ਤਾਂ ਅਸੀਂ ਪਰਮਾਤਮਾ ਨੂੰ ਜ਼ਰੂਰ ਕਿਤੇ ਨਾ ਕਿਤੇ ਯਾਦ ਕਰਕੇ ਕਵਾਂਗੇ ਕਿ ਇਹ ਪਰਮਾਤਮਾ ਅੱਜ ਤੁਸੀਂ ਵੀ ਸਾਡਾ ਸਾਥ ਦਿਓ। ਤਾਂ ਬਿਲਕੁਲ ਜੀ।
ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਇਹ ਸੀਗੇ ਸਾਡੇ ਨਾਲ ਰੋਸ਼ੀ ਜੀ, ਜਿਨ੍ਹਾਂ ਨੇ ਛੋਟੀ ਜਿਹੀ ਉਮਰ ਵਿੱਚ ਬਹੁਤ ਹੀ ਯਾਦਗਾਰ ਭਰੇ ਕੰਮ ਕੀਤੇ ਨੇ ਅਤੇ ਸਾਨੂੰ ਇਹ ਵੀ ਚੀਜ਼ ਕਹੀ ਆ ਕਿ ਸਾਨੂੰ ਹਰ ਇੱਕ ਬੰਦੇ ਨੂੰ ਜ਼ਿੰਦਗੀ ਵਿੱਚੋਂ ਕੁਝ ਨਾ ਕੁਝ ਟਾਈਮ ਕੱਢ ਕੇ ਲੋਕਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਹੁਣ ਮੈਨੂੰ ਦਿਓ ਇਜਾਜ਼ਤ। ਕੈਮਰਾ ਪਰਸਨ ਨਿਤਿਨ ਸੈਣੀ ਦੇ ਨਾਲ ਚੰਨਪ੍ਰੀਤ ਕੌਰ, KRT ਨਿਊਜ਼।